ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਸੰਤ ਜਨ ਹੋ ਮੇਲ ਭਾਈ ਹੋ, ਸੱਚਾ ਨਾਮ ਸਮਾਲ। ਤੋਸਾ ਬੰਧੋ ਜੀਅ ਕਾ, ਐਥੈ ਓਥੈ ਨਾਲ। ਸੰਤ ਜਨ ਹੋ ਮੇਲ ਭਾਈ ਹੋ, ਸੱਚਾ ਨਾਮ ਸਮਾਲ। ਤੋਸਾ ਬੰਧੋ ਜੀਅ ਕਾ, ਐਥੈ ਓਥੈ ਨਾਲ। ਗੁਰ ਪੂਰੇ ਤੇ ਪਾਈਐ, ਆਪਣੀ ਨਦਰ ਨਿਹਾਲ। ਕਰਮ ਪ੍ਰਾਪਤ ਤਿਸ ਹੋਵੈ, ਜਿਸਨੋ ਹੋਏ ਦਇਆਲ। ਮੇਰੇ ਮਨ ਗੁਰ ਜੇ ਵੱਡ ਅਵਰ ਨ ਕੋਇ, ਦੂਜਾ ਥਾਉ ਨਾ ਕੋ ਸੁਝੈ। ਗੁਰ ਮੇਲੇ ਸੱਚ ਸੋਇ, ਰਹਾਉ ਸਗਲ ਪਦਾਰਥ ਤਿਸ ਮਿਲੇ। ਜਿਨ ਗੁਰ ਡਿਠਾ ਜਾਇ, ਗੁਰ ਚਰਣੀ ਜਿਨ ਮਨ ਲੱਗਾ। ਸੇ ਵੱਡ ਭਾਗੀ ਮਾਇ, ਗੁਰ ਦਾਤਾ ਸਮਰੱਥ ਗੁਰ। ਗੁਰ ਸਭ ਮਹਿ ਰਹਿਆ ਸਮਾਇ, ਗੁਰ ਪਰਮੇਸ਼ਰ ਪਾਰ ਬ੍ਰਹਮ। ਗੁਰ ਡੁਬਦਾ ਲਏ ਤਰਾਇ, ਕਿਤ ਮੁਖ ਗੁਰ ਸਾਲਾਹੀਐ। ਕਰਨ ਕਾਰਨ ਸਮਰੱਥ, ਸੇ ਮੱਥੇ ਨਿਹ ਚੱਲ ਰਹੇ। ਜਿਨ ਗੁਰ ਧਾਰਿਆ ਹੱਥ, ਗੁਰ ਅੰਮ੍ਰਿਤ ਨਾਮ ਪਿਆਲਿਆ। ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ। ਭੈ
ਭੰਜਨ ਦੁਖ ਲਾਥ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨਾ ਲਾਗੈ ਡੰਡ। ਗੁਰ ਨਾਲ ਤੁਲ ਨਾ ਲਗਾਈ, ਖੋਜ ਡਿਠਾ ਬ੍ਰਹਮੰਡ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਗੁਰ ਨਾਲ ਤੁਲ ਨਾ ਲਗਾਈ, ਖੋਜ ਡਿਠਾ ਬ੍ਰਹਮੰਡ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ, ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪਰਤਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ, ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੇ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ, ਮਰਦ ਅਗੰਬੜੇ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ, ਆਪ ਜੀ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਦੀ ਪ੍ਰਾਪਤੀ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀ ਇਲਾਹੀ ਦਰਗਾਹੀ ਅੰਮ੍ਰਿਤ ਬਾਣੀ ਨੂੰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸੁਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਪ੍ਰਾਰੰਭ ਹੋਏ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਜੋ ਸਾਹਿਬਾਂ ਦੇ ਮਹਾਨ ਅਸਥਾਨ 'ਤੇ ਲੜੀਵਾਰ
ਧੁਰ ਕੀ ਬਾਣੀ ਰੱਬੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਸ ਦਾ ਸਮਾਂ ਹੈ। ਸੋ ਕੋਈ ਸਮੇਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਿਆਂ ਹੀ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦਾ ਇਸ ਉਪਦੇਸ਼ ਦੇ ਅੰਦਰ ਭਾਵ ਕੀ, ਸਿੱਖਿਆ ਕੀ, ਸੰਦੇਸ਼ ਕੀ ਹੈ। ਗੁਰੂ ਸਾਹਿਬ ਜੀ ਪ੍ਰਾਣੀ ਮਾਤਰ ਦੇ ਭਲੇ ਵਾਸਤੇ ਕੀ ਕਹਿਣਾ ਚਾਹੁੰਦੇ ਹਨ, ਸਾਨੂੰ ਕੀ ਆਖਦੇ ਹਨ, ਕੀ ਉਪਦੇਸ਼ ਦੇ ਰਹੇ ਹਨ। ਇਹ ਜਿੰਨਾ ਚਿਰ ਵਿਚਾਰਿਆ ਨਾ ਜਾਏ ਓਨਾ ਚਿਰ ਸਮਝ ਨਹੀਂ ਪੈਂਦੀ। ਸੋ ਇਸੇ ਵਾਸਤੇ ਸਤਿਗੁਰੂ ਨੇ ਇਹ ਬਚਨ ਬਾਣੀ 'ਚ ਲਿਖ ਦਿੱਤੇ ਕਿ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਸਰਬੋਤਮ ਤੇ ਸਭ ਤੋਂ ਉੱਤਮ ਹੈ ਗੁਰੂ ਦੇ ਸ਼ਬਦ ਦੀ, ਉਪਦੇਸ਼ ਦੀ, ਸਿੱਖਿਆ ਦੀ, ਬਾਣੀ ਦੀ ਵਿਚਾਰ ਕਰਨੀ। ਗੁਰੂ ਸਾਹਿਬ ਜੀ ਤਾਂ ਇੱਥੋਂ ਤੱਕ ਆਖਦੇ ਹਨ ਕਿ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਇਹ ਬੜੀ ਵੱਡੀ ਭਗਤੀ ਹੈ, ਬੰਦਗੀ ਹੈ, ਸਾਧਨਾ ਹੈ। ਸਿੱਖ ਮੱਤ ਦੇ ਅੰਦਰ ਕਿਸੇ ਹੱਠ ਤਪ ਨੂੰ, ਕਿਸੇ ਯੋਗ ਮੱਤ ਨੂੰ, ਕਿਸੇ ਧੂਣੇ ਤਪ ਨੂੰ, ਕਿਸੇ ਜਲ ਧਾਰੇ ਤਪ ਨੂੰ ਕੋਈ ਥਾਂ ਨਹੀਂ ਹੈ। ਇਸ ਘਰ ਦੇ ਅੰਦਰ ਨਾਨਕ ਕਹੈ ਘਰ ਕੇਵਲ ਨਾਮ ਦੇ ਅਨੁਸਾਰ, ਕਥਾ ਕੀਰਤਨ ਨਾਮ ਬਾਣੀ ਦਾ ਪਾਠ ਜਾਪ ਅਭਿਆਸ ਹੀ ਮੁੱਖ ਹੈ। ਹੋਰ ਕਿਸੇ ਤਰ੍ਹਾਂ ਦੇ ਸੰਜਮ ਢੰਗ ਤਰੀਕੇ ਉਗਤ ਜੁਗਤ ਨੂੰ ਸਾਹਿਬਾਂ ਨੇ ਪ੍ਰਵਾਨ ਨਹੀਂ ਕੀਤਾ ਕਿ ਤੁਸੀਂ ਮਨ ਨੂੰ ਫਲਾਣੇ ਥਾਂ 'ਤੇ ਇੱਥੇ ਟਿਕਾਓ, ਤੁਹਾਨੂੰ ਇਹ ਸ਼ਕਤੀ ਮਿਲ ਜਾਏਗੀ। ਕਿਉਂਕਿ ਐਸੇ ਤਰੀਕਿਆਂ ਸਾਧਨਾਂ ਦੇ ਨਾਲ, ਜੁਗਤੀਆਂ ਦੇ ਨਾਲ ਗ੍ਰੰਥ ਭਰੇ ਪਏ ਹਨ। ਦੱਸਣ ਵਾਲੇ ਦੱਸਦੇ ਹਨ, ਲੱਗਣ ਵਾਲੇ ਮਗਰ ਲੱਗ ਵੀ ਜਾਂਦੇ ਹਨ। ਮਨ ਦੀ ਇਕਾਗਰਤਾ ਦੁਆਰਾ ਥੋੜ੍ਹੀ ਬਹੁਤੀ ਸ਼ਕਤੀ ਹਾਸਲ ਵੀ ਹੋ ਜਾਂਦੀ ਹੈ। ਕੋਈ ਵੱਡੀ ਗੱਲ ਨਹੀਂ ਹੈ, ਪਰ ਜੀਵਨ ਦਾ ਮਕਸਦ ਹਾਸਲ ਨਹੀਂ ਹੁੰਦਾ ਜਿੱਥੋਂ ਤੱਕ ਮਨ ਦੀ ਸ਼ਾਂਤੀ, ਟਿਕਾ, ਅਡੋਲਤਾ ਦੀ ਗੱਲ ਹੈ, ਆਤਮ ਪ੍ਰਕਾਸ਼ ਦੀ ਗੱਲ ਹੈ, ਜੀਵਨ ਪੰਧ ਸੁਖਾਲਾ ਤੇ ਸਫਲ ਬਤੀਤ ਕਰਨ ਦੀ ਗੱਲ ਹੈ, ਉੱਥੇ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਹੀ ਕੰਮ ਕਰਦਾ ਹੈ, ਸਹਾਇਤਾ ਕਰਦਾ ਹੈ। ਧਾਰਨ ਕਰਕੇ ਕਮਾਉਣਾ ਬੜਾ ਲਾਜ਼ਮੀ ਜ਼ਰੂਰੀ ਹੈ। ਅੱਜ ਦੇ ਇਸ ਉਪਦੇਸ਼ ਅੰਦਰ ਪੰਚਮ ਗੁਰਦੇਵ ਨੇ ਮਹਾਨ ਮਹਾਂਪੁਰਖ ਸਤਿਗੁਰੂ ਦੀ ਮਹਿਮਾ ਕੀਤੀ ਹੈ ਔਰ ਸਾਨੂੰ ਸਮਝਾਇਆ ਹੈ ਕਿ ਭਾਈ ਸੱਚੇ ਸਤਿਗੁਰੂ ਨੂੰ ਛੱਡ ਕਰਕੇ ਥਾਂ ਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨਮੁਖ ਬੰਦਿਆਂ ਦਾ ਬੰਦਾ ਜਾ ਕਰਕੇ ਬਣਦਾ ਹੈ ਸੱਚੇ ਸਾਹਿਬ ਸਤਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ। ਸੋ ਜਿਸ ਨੂੰ ਮਾਲਕ ਨੇ ਦ੍ਰਿਸ਼ਟੀ ਬਖਸ਼ੀ, ਸੁਰਤ ਬਖਸ਼ੀ, ਗਿਆਤ ਬਖਸ਼ੀ, ਉਸ ਨੂੰ ਸਤਿਗੁਰੂ ਦੀ ਸਮਰੱਥਾ, ਸਤਿਗੁਰੂ ਜੀ ਦੀ ਸ਼ਕਤੀ, ਸਤਿਗੁਰੂ ਜੀ ਦੀ ਦਿਆਲਤਾ, ਸਤਿਗੁਰੂ ਜੀ ਦੀ ਰਹਿਮਤ, ਬਖਸ਼ਿਸ਼ ਤੇ ਬਰਕਤ ਦਾ ਪੂਰਨ ਤੌਰ 'ਤੇ ਗਿਆਨ ਪ੍ਰਾਪਤ ਹੁੰਦਾ ਹੈ। ਕੋਈ ਖੱਬਿਓਂ ਸੱਜਿਓਂ ਆ ਕੇ ਵਿਅਕਤੀ ਕਵੇ ਜੀ ਫਲਾਣੇ ਥਾਂ 'ਤੇ ਬੜੀ ਕਲਾ ਵਰਤਦੀ ਹੈ, ਬੜੀ ਸ਼ਕਤੀ ਹੈ ਫਲਾਣੇ ਦੇ ਕੋਲ। ਗੁਰਮਤਿ ਦੇ ਵਿਦਵਾਨ ਕਹਿੰਦੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਮੁਰਦਾ ਜਿਉਂਦਾ ਕਰ ਦਵੇ ਤੇ ਉਹਦੇ ਵੀ ਮਗਰ ਨਾ ਲੱਗੋ। ਗੁਰੂ ਦਾ ਮਤ ਛੱਡ ਕੇ, ਗੁਰੂ ਦੀ ਸਿੱਖਿਆ ਛੱਡ ਕੇ ਜਣੇ ਖਣੇ ਦੇ ਪਿੱਛੇ ਨਾ ਤੁਰ ਪਿਆ ਕਰੋ। ਆਪਣੇ ਸਹਿਬ ਸੱਚੇ ਸਤਿਗੁਰੂ ਦੇ ਮਾਰਗ ਦੇ ਪਾਂਧੀ ਬਣੋ। ਜੀਵਨ ਵਿੱਚ ਸੁੱਖ ਆਏ, ਦੁੱਖ ਆਏ, ਵਾਧ ਆਵੇ, ਘਾਟ ਆਵੇ, ਨਫਾ ਹੋਵੇ, ਨੁਕਸਾਨ ਹੋਵੇ, ਅਸਲੀ ਗੁਰਮਤਿ ਮਾਰਗ ਦਾ ਪਾਂਧੀ ਉਹੀ ਸਿੱਖ ਹੈ ਜਿਹੜਾ ਜੀਵਨ ਦੇ ਹਰ ਪੜਾਅ 'ਤੇ ਆਪਣੇ ਸਤਿਗੁਰੂ ਦਾ ਪੱਲਾ ਨਹੀਂ ਛੱਡਦਾ, ਸਤਿਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ, ਸਤਿਗੁਰੂ ਦਾ ਹੀ ਆਸਰਾ ਤੱਕਦਾ ਹੈ, ਕਿਸੇ ਹੋਰ ਦੀ ਝਾਕ ਜੀਵਨ ਵਿੱਚ ਨਹੀਂ ਰੱਖਦਾ। ਅੱਜ ਦੇ ਉਪਦੇਸ਼ ਅੰਦਰ ਸਾਹਿਬਾਂ ਨੇ ਵਾਰ-ਵਾਰ ਗੁਰੂ ਪਾਤਸ਼ਾਹ ਦੀ ਮਹਿਮਾ, ਵਡਿਆਈ, ਜਸ, ਕੀਰਤੀ, ਸਿਫਤੋ ਸਲਾਹ ਦਾ ਗੁਣਗਾਨ ਕਰਦਿਆਂ, ਵਡਿਆਈ ਕਰਦਿਆਂ ਹੋਇਆਂ ਸਾਨੂੰ ਪ੍ਰੇਰਨਾ ਦਿੱਤੀ ਕਿ ਆਪਣੇ ਸਤਿਗੁਰੂ 'ਤੇ ਭਰੋਸਾ, ਵਿਸ਼ਵਾਸ, ਯਕੀਨ ਰੱਖਦਿਆਂ ਹੋਇਆਂ ਸਤਿਗੁਰੂ ਦੇ ਚਰਨਾਂ ਨਾਲ ਸਾਂਝ ਪਾਓ, ਸਤਿਗੁਰੂ ਦੇ ਨਾਲ ਜੁੜਨਾ ਕਰੋ।
ਜਿਹੜਾ ਤਨੋ ਮਨੋ ਹੋ ਕਰਕੇ ਸਤਿਗੁਰੂ ਦੇ ਉੱਪਰ ਵਿਸ਼ਵਾਸ ਤੇ ਭਰੋਸਾ ਰੱਖਦਾ ਹੈ, ਗੁਰੂ ਦਾ ਮਿਹਰ ਭਰਿਆ ਹੱਥ ਉਸ ਦੇ ਸੀਸ ਦੇ ਉੱਪਰ ਟਿਕ ਜਾਂਦਾ ਹੈ। ਅਜਿਹਾ ਵਿਅਕਤੀ ਜੀਵਨ ਵਿੱਚ ਕਦੀ ਕਿਸੇ ਮੁਕਾਮ 'ਤੇ ਡੋਲਦਾ ਭਟਕਦਾ ਨਹੀਂ। ਮਹੇਛੇ ਜੋਗੀ ਵਰਗੇ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਭਾਵੇਂ ਸਾਲ ਦਾ ਛੱਡ ਕੇ 2 ਸਾਲ ਦਾ ਸਵਰਗ ਕਿਉਂ ਨਾ ਦੇਵੇ, ਪਰ ਭਾਈ ਤਿਲਕੇ ਵਰਗੇ ਗੁਰਮੁਖ ਕਦੀ ਡੋਲਦੇ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿਧਾਂਤ ਉਪਦੇਸ਼ ਤੇ ਸਿੱਖਿਆ ਨੂੰ ਦਰਕਿਨਾਰ ਨਹੀਂ ਕਰਦੇ, ਨਜ਼ਰਅੰਦਾਜ਼ ਨਹੀਂ ਕਰਦੇ। ਸਗੋਂ ਜਦੋਂ ਪਤਾ ਲੱਗ ਗਿਆ ਕਿ ਪਖੰਡੀ ਮੇਰੇ ਕੋਲ ਆ ਰਿਹਾ ਤਾਂ ਉਹਨਾਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਸੀ। ਲੋਕਾਂ ਨੂੰ 6 ਮਹੀਨਿਆਂ, ਸਾਲ ਤੇ 2 ਸਾਲ ਦਾ ਸਵਰਗ ਦੇਣ ਵਾਲਾ ਮਹੇਸ਼ਾ ਜੋਗੀ ਇੱਕ ਸੱਚੇ ਤੇ ਸੁੱਚੇ ਸਿੱਖ ਦੇ ਦਰਵਾਜ਼ੇ ਅੱਗੇ ਆ ਕੇ ਗੁਰੂ ਦਾ ਵਾਸਤਾ ਪਾ ਕੇ ਸਿੱਖ ਦਾ ਦੀਦਾਰ ਮੰਗਦਾ ਹੈ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ, ਉਹਨਾਂ ਦੀਆਂ ਕਥਾ ਕਹਾਣੀਆਂ ਜਿਨ੍ਹਾਂ ਦਾ ਅੰਦਰਲਾ ਆਪਣਾ ਆਪਾ ਟਿਕ ਗਿਆ ਹੈ, ਸਥਿਰ ਹੋ ਗਿਆ ਹੈ। ਕਦੀ ਜੀਵਨ ਵਿੱਚ ਮਨ ਵਿੱਚ ਕਿਸੇ ਹੋਰ ਦਾ ਕੋਈ ਸੰਕਲਪ, ਕੋਈ ਵਿਕਲਪ, ਕੋਈ ਖਿਆਲ ਪੈਦਾ ਹੀ ਨਹੀਂ ਹੋਇਆ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਸੱਚੇ ਸਾਹਿਬ ਜੀ ਦੇ ਪਾਵਨ ਬਚਨ ਨੇ, ਕਿਸੇ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਮੈਨੂੰ ਨਿਮਾਣੀ ਨਿਤਾਣੀ ਨੂੰ ਤੇਰਾ ਹੀ ਇੱਕ ਆਸਰਾ ਸਹਾਰਾ ਹੈ। ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਹੋਵੇਗਾ, ਪਰ ਮੈਨੂੰ ਤੇਰਾ ਹੀ ਸਹਾਰਾ ਹੈ। ਅੱਜ ਦੇ ਉਪਦੇਸ਼ 'ਚ ਸਾਹਿਬ ਕਹਿੰਦੇ ਉਸੇ ਦਾ ਹੀ ਸਹਾਰਾ ਲਓ ਭਾਈ, ਜਿਹੜਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਰੱਖਿਆ ਕਰਦਾ ਹੈ। ਉਹਦਾ ਸਹਾਰਾ ਲਿਆ ਕਿਵੇਂ ਜਾਂਦਾ ਹੈ, ਉਹ ਯੁਗਤ ਤੇ ਢੰਗ ਤਰੀਕਾ ਸਾਹਿਬਾਂ ਨੇ ਪਹਿਲੀ ਪੰਕਤੀ ਤੋਂ ਪ੍ਰਾਰੰਭ ਕੀਤਾ ਹੈ। ਜਿਵੇਂ ਸਾਹਿਬ ਜੀ ਸਾਡੇ ਭਲੇ ਵਾਸਤੇ ਸਮੁੱਚੀ ਮਨੁੱਖਤਾ, ਸਮੂਹ ਮਾਨਵਤਾ ਦੀ ਕਲਿਆਣ ਕਰਨ ਵਾਲਾ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇਸ ਪਾਵਨ ਉਪਦੇਸ਼ ਦੀ ਵਿਚਾਰ ਤੋਂ ਪਹਿਲਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਸਾਰੇ ਗੁਰਮੰਤਰ ਦਾ ਜਾਪ ਕਰੀਏ, ਜਪੀਏ। ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਸੰਤ ਜਨ ਹੋ ਮੇਲ ਭਾਈ ਹੋ, ਸੱਚਾ ਨਾਮ ਸਮਾਲ। ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਵਨ ਉਪਦੇਸ਼ ਫਰਮਾ ਰਹੇ ਨੇ। ਸਾਨੂੰ ਮੁਖਾਤਬ ਹੋ ਕੇ ਸਾਹਿਬ ਕਹਿ ਰਹੇ ਨੇ, ਸੰਤ ਜਨ ਹੋ ਮਿਲ। ਭਜਨ ਬੰਦਗੀ ਨਾਮ ਸਿਮਰਨ ਕਿਸ ਨੂੰ ਮਿਲ ਕਰਕੇ ਕੀਤਾ ਜਾਵੇ ਤੇ ਸਫਲ ਹੁੰਦਾ ਹੈ। ਸਾਹਿਬ ਕਹਿ ਰਹੇ ਨੇ ਸੰਤ ਜਨ ਹੋ ਮਿਲ। ਜਿਹੜੇ ਸੰਤ ਜਨ ਮਹਾਤਮਾ ਗੁਰਮੁਖ ਹਨ, ਉਹਨਾਂ ਨਾਲ ਮਿਲ ਭਾਈ ਹੋ। ਮੇਰੇ ਭਰਾਵੋ, ਮੇਰੇ ਵੀਰੋ, ਸੰਤਾਂ ਦੇ ਨਾਲ ਮਿਲ ਕਰਕੇ
ਹੁਣ ਸੰਤ ਸ਼ਬਦ ਜਦੋਂ ਸਾਡੇ ਸੁਣ ਪੜ੍ਹਨ ਵਿੱਚ ਆਉਂਦਾ ਹੈ ਤਾਂ ਸਾਡਾ ਧਿਆਨ ਫੌਰਨ ਉਹਨਾਂ ਲੋਕਾਂ ਵੱਲ ਜਾਂਦਾ ਹੈ ਜਿਨ੍ਹਾਂ ਦਾ ਬਾਹਰ ਦਾ ਭੇਖ ਪਹਿਰਾਵਾ ਬੜਾ ਆਕਰਸ਼ਿਤ ਕਰਨ ਵਾਲਾ, ਖਿੱਚ ਪਾਉਣ ਵਾਲਾ। ਲੰਮੇ ਲੰਮੇ ਚੋਲੇ ਹੋਣ, ਵੱਡੀਆਂ ਢਿੱਲੀਆਂ ਜੀਆਂ ਦਸਤਾਰਾਂ ਹੋਣ, 5-7 ਮਾਲਾਂ ਗਲ ਵਿੱਚ ਹੋਣ, ਗੁੱਟਾਂ ਬਾਹਾਂ ਨਾਲ ਹੋਣ, ਸਿਰ 'ਤੇ ਹੋਣ, ਇਹੋ ਜਿਹੇ ਪਹਿਰਾਵੇ ਦਾ ਨਾਮ ਅਸੀਂ ਸੰਤ ਸਮਝਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਕਿਸੇ ਖਾਸ ਪਹਿਰਾਵੇ ਨੂੰ ਬਾਣੀ ਦੇ ਅੰਦਰ ਕੋਈ ਬਹੁਤੀ ਮਹਾਨਤਾ ਨਹੀਂ ਦਿੱਤੀ, ਸਗੋਂ ਅੰਦਰਲੀ ਅਵਸਥਾ ਕਿੰਨੀ ਉੱਚੀ ਹੈ, ਅੰਦਰਲਾ ਕਿੰਨਾ ਟਿਕਿਆ ਹੈ, ਅੰਦਰ ਸੱਚ ਕਿੰਨਾ ਹੈ, ਸੰਤੋਖ ਕਿੰਨਾ ਹੈ, ਸਬਰ ਕਿੰਨਾ ਹੈ, ਧੀਰਜ ਕਿੰਨਾ ਹੈ, ਦਇਆ ਕਿੰਨੀ ਹੈ, ਇਹਨਾਂ ਦੈਵੀ ਗੁਣਾਂ ਦਾ ਜਿਹੜਾ ਗੁਰਮੁਖ ਮੁਜੱਸਮਾ ਹੈ ਅੰਦਰੋਂ ਸ਼ਾਂਤ ਹੋ ਗਿਆ ਹੈ, ਉਸ ਨੂੰ ਬਾਣੀ ਨੇ ਸੰਤ ਆਖਿਆ ਹੈ। ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਸਤਿਗੁਰੂ ਪਰਮੇਸ਼ਰ ਵਾਸਤੇ, ਗੁਰਮੁਖਾਂ ਭਗਤਾਂ ਵਾਸਤੇ ਅਤੇ ਸਿੱਖਾਂ ਵਾਸਤੇ ਸੰਤ ਸ਼ਬਦ ਦੀ ਵਰਤੋਂ ਕੀਤੀ ਹੈ। ਜਿੱਥੇ ਪਖੰਡੀਆਂ ਦਾ ਜ਼ਿਕਰ ਕੀਤਾ ਹੈ ਉੱਥੇ ਵੀ ਨਾਲ ਸਾਹਿਬਾਂ ਨੇ ਜ਼ਿਕਰ ਕਰ ਦਿੱਤਾ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਅੰਦਰ ਲਿਖਦੇ ਨੇ ਕਿ ਗੁਰੂ ਨਾਨਕ ਦੇ ਸਿੱਖ ਦੀ ਸੰਗਿਆ ਜਿਹੜੀ ਹੈ ਉਹ ਸੰਤ ਹੈ। ਸੰਗਿਆ ਦਾ ਅਰਥ ਹੁੰਦਾ ਹੈ ਨਾਮ, ਕਿ ਗੁਰੂ ਨਾਨਕ ਦੇ ਪਾਤਸ਼ਾਹ ਦਾ ਸਿੱਖ ਜਿਹੜਾ ਹੈ ਉਹ ਸੰਤ ਹੈ। ਉਹ ਚੋਰ ਨਹੀਂ ਹੈ, ਲੁਟੇਰਾ ਨਹੀਂ ਹੈ, ਡਾਕੂ ਨਹੀਂ ਹੈ, ਸਗੋਂ ਸੰਤ ਹੈ। ਸੰਤ ਸ਼ਬਦ ਅੱਜ ਸੁਣਿਆ ਜਾਵੇ ਤੇ ਬਹੁਤਿਆਂ ਨੂੰ ਬੜੀ ਐਲਰਜੀ ਜੀ ਹੁੰਦੀ ਹੈ, ਸੰਤ ਸ਼ਬਦ ਤੋਂ ਹੀ ਬਹੁਤਿਆਂ ਨੂੰ ਨਫ਼ਰਤ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਸੰਤ ਦੀ ਪਰਿਭਾਸ਼ਾ ਬਾਣੀ 'ਚ ਥਾਵਾਂ ਥਾਵਾਂ 'ਤੇ ਦੱਸਦਿਆਂ ਸੰਤ ਦੀ ਸੰਗਤ ਕਰਨ ਦੀ ਪ੍ਰੇਰਨਾ ਬਖਸ਼ੀ ਤੇ ਨਾਲ ਬਚਨ ਕਹੇ ਕਿ ਕੱਚੇ ਵੀ ਸੰਸਾਰ ਵਿੱਚ ਹਨ ਤੇ ਪੱਕੇ ਵੀ ਸੰਸਾਰ ਵਿੱਚ ਹਨ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਜਿਹੜੇ ਪੱਕੇ ਸੱਜਣ ਹਨ, ਪੱਕੇ ਸੰਤ ਹਨ, ਉਹ ਸੱਚੇ ਸੱਜਣ ਹਨ। ਉਹਨਾਂ ਦੀ ਢੂੰਡ ਭਾਲ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਜੀਵਨ ਐਸਾ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ। ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਪੂਰਨ ਸੰਤ ਹੈ। ਪਰ ਇੱਕ ਉਹ ਵੀ ਹਨ ਗੱਜ ਸਾਢੇ ਤੈ ਧੋਤੀਆਂ ਤੇਰੇ ਪਾਇਨ ਤੱਗ। ਓਏ ਹਰ ਕੇ ਸੰਤ ਨ ਆਖੀਆ ਹੈ, ਬਾਨਾਰਸ ਕੇ ਠੱਗ। ਜਿਨ੍ਹਾਂ ਦਾ ਬਾਹਰੋਂ ਭੇਖ ਪਹਿਰਾਵਾ ਤਾਂ ਬਹੁਤ ਹੈ, ਲੁਭਾਏ ਮਾਨ ਕਰਨ ਵਾਲਾ, ਕਿਉਂਕਿ ਭੇਖ ਦੇ ਵਿੱਚ ਖਿੱਚ ਤੇ ਸ਼ਕਤੀ ਹੁੰਦੀ ਹੈ। ਜਦੋਂ ਕੋਈ ਅਸੀਂ ਭੇਖ ਵੇਖਦੇ ਹਾਂ ਸਾਡਾ ਮਨ ਫੌਰਨ ਖਿੱਚਿਆ ਜਾਂਦਾ। ਕਲਗੀਧਰ ਜੀ ਨੇ ਆਪ ਇਸ ਗੱਲ ਦਾ ਬਾਣੀ 'ਚ ਜ਼ਿਕਰ ਕੀਤਾ ਕਿ ਭੇਖ ਦਿਖਾਏ ਜਗਤ ਕਉ, ਲੋਗਣ ਕੋ ਬਸ ਕੀ। ਭੇਖ ਪਹਿਰਾਵਾ ਕੋਈ ਨਾ ਵਿਖਾਵੇ ਤੇ ਕੋਈ ਵਸ ਵਿੱਚ ਨਹੀਂ ਹੋ ਸਕਦਾ। ਬਹੁਤੇ ਲੋਕ ਭੇਖ 'ਤੇ ਹੀ ਜ਼ਿਆਦਾ ਖਿੱਚੇ ਜਾਂਦੇ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜੋ ਸਾਨੂੰ ਬਚਨ ਕਹੇ ਨੇ, ਸੰਤ ਸ਼ਬਦ ਇੱਥੇ ਪੂਰਨ ਮਹਾਂਪੁਰਖ ਵਾਸਤੇ ਤੇ ਗੁਰੂ ਵਾਸਤੇ ਸਾਹਿਬਾਂ ਨੇ ਵਰਤਿਆ ਹੈ। ਸਾਨੂੰ ਪ੍ਰੇਰਨਾ ਦਿੱਤੀ ਹੈ, ਸੰਤ ਜਨ ਹੋ ਮਿਲ ਭਾਈ ਹੋ। ਹੇ ਭਰਾਵੋ, ਜਿਹੜੇ ਰੱਬ ਦੇ ਪਿਆਰੇ ਸ਼ਾਂਤ ਆਤਮਾ ਗੁਰਮੁਖ ਸੰਤ ਜਨ ਹਨ ਅਥਵਾ ਸਤਿਗੁਰੂ ਪਾਤਸ਼ਾਹ ਜੀ, ਉਹਨਾਂ ਨਾਲ ਮਿਲ ਕਰਕੇ, ਉਹਨਾਂ ਦੀ ਸੰਗਤ ਵਿੱਚ ਆ ਕਰਕੇ ਕੀ ਕਰੋ? ਸੱਚਾ ਨਾਮ ਸੰਭਾਲ। ਕਿਹੜੇ ਨਾਮ ਨੂੰ ਸੰਭਾਲ ਦਾ ਅਰਥ ਹੁੰਦਾ ਚੇਤੇ ਕਰਨਾ, ਯਾਦ ਕਰਨਾ, ਸਿਮਰਨਾ, ਧਿਆਉਣਾ, ਅਰਾਧਨਾ। ਜਿਵੇਂ ਆਮ ਹੀ ਕਹਿ ਦਿੱਤਾ ਜਾਂਦਾ ਮਾਝੇ ਦੇ ਵਿੱਚ ਕਿ ਜਦੋਂ ਬਚਪਨ ਦੀ ਕੋਈ ਗੱਲ ਯਾਦ ਆ ਜਾਵੇ, ਕਹਿੰਦੇ ਹਾਂ ਪੁਰਾਣੇ ਬਜ਼ੁਰਗਾਂ ਨੂੰ ਪੁੱਛੀਏ ਕਿ ਜਦੋਂ ਦੇਸ਼ ਦੀ ਵੰਡ ਹੋਈ ਸੀ ਤੁਹਾਡੀ ਉਮਰ ਕਿੰਨੀ ਸੀ? ਉਹ ਕਹਿ ਦੇਣਗੇ ਜੀ ਮੈਂ 5, 7, 10 ਸਾਲਾਂ ਦਾ ਮੈਨੂੰ ਪੂਰੀ ਸੰਭਾਲ ਹੈ। ਅਤੇ ਸੰਭਾਲ ਦਾ ਅਰਥ ਕੀ? ਕਿ ਮੈਨੂੰ ਯਾਦ ਹੈ, ਮੈਨੂੰ ਚੇਤਾ ਹੈ ਕਿ ਮੈਂ ਉਦੋਂ ਏਡਾ ਕਸੀ, ਮੈਨੂੰ ਯਾਦ ਹੈ, ਮੇਰੇ ਧਿਆਨ ਵਿੱਚ ਹੈ। ਗੁਰੂ ਸਾਹਿਬ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਥਾਵਾਂ ਥਾਵਾਂ 'ਤੇ ਵਰਤਿਆ ਹੈ ਤੇ ਸਾਨੂੰ ਸਮਝਾਇਆ ਹੈ ਕਿ 184 ਭ੍ਰਮਤਿਆਂ ਦੁਲੱਭ ਜਨਮ ਪਾਇਓਏ। ਨਾਨਕ ਨਾਮ ਸੰਭਾਲ ਤੂੰ, 100 ਦਿਨ ਨੇੜਾ ਆਇਓਏ। ਉਹ ਜ਼ਿੰਦਗੀ ਦੇ ਅੰਤ ਹੋਣ ਵਾਲਾ ਦਿਨ ਬ ਦਿਨ ਸਮਾਂ ਨੇੜੇ ਆ ਰਿਹਾ ਹੈ ਅਤੇ ਮਨੁੱਖਾ ਜਨਮ ਤੈਨੂੰ 84 ਲੱਖ ਜੂਨਾਂ ਦੇ ਵਿੱਚ ਭਰਮਣ ਤੋਂ ਬਾਅਦ ਪ੍ਰਾਪਤ ਹੋਇਆ ਹੈ।
ਬੜਾ ਦੁਰਲਭ ਤੇ ਕਠਨ ਮਿਲਿਆ ਹੈ। ਸਾਹਿਬ ਕਹਿੰਦੇ ਨਾਨਕ ਨਾਮ ਸੰਭਾਲ ਤੂੰ। ਹੈ ਭਾਈ ਉਸ ਵਾਹਿਗੁਰੂ ਦਾ ਨਾਮ ਸੰਭਾਲ, ਯਾਦ ਚੇਤੇ ਕਰ, ਜਿਹੜਾ ਨਾਮ ਲੋਕ ਤੇ ਪਰਲੋਕ ਦੇ ਵਿੱਚ ਸਦਾ ਸਹਾਈ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਥਾਵਾਂ ਥਾਵਾਂ ਤੇ ਨਾਮ ਦੀ ਮਹਿਮਾ ਵਡਿਆਈ ਕਥਨ ਕੀਤੀ ਹੈ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੇ ਜਿਤ। ਉਹ ਨਾਮ ਸੰਭਾਲ ਚੇਤੇ ਕਰ, ਜਿਸ ਕਰਕੇ ਜਮਾਂ ਦੇ ਕੋਲ ਬੱਧਾ ਹੋਇਆ, ਦੁੱਖਾਂ ਦੇ ਵਿੱਚ ਬੱਝਾ ਹੋਇਆ ਤੂੰ ਛੁੱਟ ਜਾਏ। ਨਹੀਂ ਤਾਂ ਚਾਕਰੀਆਂ ਚਤਰਾਈਆਂ ਅਵਰ ਸਿਆਣਪ ਕਿਤ। ਜਿੰਨੀਆਂ ਮਰਜ਼ੀ ਲੋਕਾਂ ਦੀਆਂ ਚਾਕਰੀਆਂ ਦਾ ਅਰਥ ਉੱਥੇ ਹੈ ਖੁਸ਼ਾਮਦਾਂ ਕਰਨੀਆਂ। ਖੁਸ਼ਾਮਦਾਂ ਕਰ ਲੈ ਜਿੰਨੀਆਂ ਮਰਜ਼ੀ, ਚਲਾਕੀਆਂ ਤੇ ਚੁਸਤੀਆਂ ਵਰਤ ਲੈ। ਅਵਰ ਸਿਆਣਪ ਕਿਤ, ਹੋਰ ਜਿੰਨੀਆਂ ਵੀ ਸਿਆਣਪਾਂ ਨੇ ਕਿਤ ਕਿਸੇ ਕੰਮ ਕਿਸੇ ਅਰਥ ਆਉਣ ਵਾਲੀਆਂ ਨਹੀਂ। ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੇ ਜਿਤ। ਨਾਮ ਨੂੰ ਚੇਤੇ ਕਰ, ਜਿਸ ਕਰਕੇ ਤੂੰ ਆਵਾਗਮਨ ਦੇ ਵਿੱਚ ਬੱਝਾ ਹੋਇਆ ਛੁੱਟ ਜਾਏ। ਨਾਮ ਸੰਭਾਲੇ ਸੁਖ ਵਸੇ ਭਾਈ, ਅੰਤਰ ਸ਼ਾਂਤ ਸਰੀਰ। ਨਾਮ ਨੂੰ ਸੰਭਾਲੇਗਾ ਤੇ ਸਦਾ ਸੁਖ ਵਿੱਚ ਵਸੇਗਾ। ਤੇਰੇ ਅੰਤਰ ਆਤਮੇ ਸ਼ਾਂਤੀ ਟਿਕਾ ਤੇ ਅਡੋਲਤਾ ਦੀ ਪ੍ਰਾਪਤੀ ਹੋ ਜਾਏਗੀ। ਇਸ ਵਾਸਤੇ ਨਾਨਕ ਨਾਮ ਸੰਭਾਲ ਤੂੰ, ਅਪਰੰਪਰ ਗੁਣੀ ਗਹੀਰ। ਕਿਹਦਾ ਨਾਮ ਸੰਭਾਲਣਾ? ਸਾਹਿਬ ਕਹਿੰਦੇ ਜਿਹੜਾ ਅਪਰੰਪਰ ਪਰੇ ਤੋਂ ਪਰੇ ਤੇ ਗੁਣਾ ਦਾ ਖਜ਼ਾਨਾ ਅਕਾਲ ਪੁਰਖ ਹੈ। ਕਿਸੇ ਬੰਦੇ ਦਾ ਨਾਮ ਚੇਤੇ ਕਰਨ ਦੀ ਲੋੜ ਨਹੀਂ, ਪਰਮੇਸ਼ਰ ਦਾ ਨਾਮ ਚੇਤੇ ਕਰੋ, ਜਿਹਦਾ ਨਾਮ ਸਾਹਿਬਾਂ ਨੇ ਇੱਥੇ ਨਾਲ ਸੱਚ ਸ਼ਬਦ ਵਰਤਿਆ ਹੈ। ਕੱਲ ਦੇ ਉਪਦੇਸ਼ ਅੰਦਰ ਵੀ ਸਾਹਿਬਾਂ ਕਿਹਾ ਸੀ ਕਿ ਰਸਨਾ ਸੱਚਾ ਸਿਮਰਿਐ, ਰਸਨਾ ਨਾਲ ਸੱਚਾ ਸਿਮਰੀਏ। ਤੇ ਅੱਜ ਸਾਹਿਬ ਕਹਿ ਰਹੇ ਨੇ ਸੱਚਾ ਨਾਮ ਸੰਭਾਲ। ਸੱਚਾ ਉਹੀ ਹੈ ਜਿਹੜਾ ਸਦੀਵੀ ਹੈ, ਜਿਸ ਦੀ ਹੋਂਦ ਤ੍ਰੈ ਕਾਲ ਆਬਾਦ ਸਦਾ ਬਰਕਰਾਰ ਰਹਿਣ ਵਾਲੀ ਹੈ। ਸਮੇਂ ਦੇ ਗੇੜ ਉਤਰਾ ਚੜਾ, ਸਮੇਂ ਦੀ ਤਬਦੀਲੀ ਨਾਲ ਜਿਸ ਵਿੱਚ ਕਦੀ ਬਦਲਾਵ ਨਹੀਂ ਆਉਂਦਾ, ਜੋ ਸਦਾ ਹੀ ਸੱਚ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਤਾਰ। ਸੋ ਐਸਾ ਅਕਾਲ ਪੁਰਖ ਵਾਹਿਗੁਰੂ ਉਹ ਸੱਚਾ ਹੈ। ਉਹਦਾ ਨਾਮ ਸੰਭਾਲ ਭਾਈ, ਚੇਤੇ ਕਰਨਾ ਕਰ। ਸਿਮਰ 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 ਸੁਖ ਪਾਵੈ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸਦਾ ਸਹਾਈ, ਜਤ ਕਤ ਮੋਹੇ ਰਖਵਾਲੇ। ਲੋਕ ਤੇ ਪਰਲੋਕ 'ਚ ਸਦਾ ਸਹਾਈ ਹੋਣ ਵਾਲਾ, ਜਿੱਥੇ ਕਿੱਥੇ ਸਾਹਿਬ ਕਹਿੰਦੇ ਨਾਮ ਹੀ ਰੱਖਿਆ ਕਰਨ ਵਾਲਾ ਹੈ। ਤੇ ਅੱਗੇ ਸਾਹਿਬ ਫਰਮਾ ਰਹੇ ਨੇ, ਤੋਸਾ ਬੰਧੋ ਜੀ ਕਾ, ਐਥੈ ਓਥੈ ਨਾਲ। ਤੋਸਾ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਤੋਸਾ ਖਜ਼ਾਨੇ ਭੰਡਾਰੇ ਨੂੰ ਕਹਿੰਦੇ ਨੇ। ਦੋ ਅਰਥ ਇਸ ਸ਼ਬਦ ਦੇ ਹਨ ਤੋਸੇ ਦੇ। ਇੱਕ ਜੀਵਨ ਦਾ ਸਫ਼ਰ ਦਾ ਖਰਚ, ਦੂਸਰਾ ਖੰਡ ਘਿਓ ਤੇ ਮੈਦਾ ਰਲਾ ਕੇ ਪਕਾਇਆ ਹੋਇਆ ਪਰੌਂਠਾ ਪ੍ਰਸ਼ਾਦਾ, ਉਹਨੂੰ ਵੀ ਤੋਸਾ ਕਹਿੰਦੇ ਹਨ। ਮਾਝੇ ਵਿੱਚ ਅੱਜ ਵੀ ਮਾਈਆਂ ਗੁੱਸੇ ਵਿੱਚ ਕਹਿ ਦਿੰਦੀਆਂ ਨੇ ਬੱਚਿਆਂ ਨੂੰ, ਤੋਸਾ ਖਾ ਲਓ, ਤੋਸਾ ਮਰ ਲਓ। ਤੋਸਾ ਬੜਾ ਵਧੀਆ ਸ਼ਾਹੀ ਭੋਜਨ ਹੈ। ਜਦੋਂ ਲੰਮੇ ਸਫ਼ਰ 'ਤੇ ਕਿਸੇ ਨੇ ਜਾਣਾ ਹੁੰਦਾ ਸੀ ਤਾਂ ਕੀ ਕੀਤਾ ਜਾਂਦਾ ਸੀ? ਆਟਾ ਜਾਂ ਮੈਦਾ ਲੈ ਕਰਕੇ ਉਸ ਵਿੱਚ ਘਿਓ ਮਿਕਸ ਕਰਕੇ ਤੇ ਖੰਡ ਪਾ ਕਰਕੇ ਪ੍ਰਸ਼ਾਦਾ ਤਿਆਰ ਕਰ ਲਿਆ ਜਾਂਦਾ ਸੀ ਕਿ ਰਸਤੇ ਵਿੱਚ ਕਿਤੇ ਭੁੱਖ ਲੱਗੇ ਤੇ ਉਹ ਪ੍ਰਸ਼ਾਦਾ ਛਕ ਲਿਆ ਜਾਏ। ਤੇ ਘਿਓ ਪਾ ਕੇ ਪ੍ਰਸ਼ਾਦਾ ਕੀਤਾ ਹੋਇਆ ਤਿਆਰ, ਛਕਿਆ ਹੋਇਆ, ਫਿਰ ਬਹੁਤੇ ਲੰਮੇ ਸਮੇਂ ਤੱਕ ਉਹ ਭੁੱਖ ਨਹੀਂ ਲੱਗਣ ਦਿੰਦਾ। ਕਾਫੀ ਸਮਾਂ ਮਨੁੱਖ ਨੂੰ ਭੁੱਖ ਨਹੀਂ ਲੱਗਦੀ, ਅੰਦਰ ਤ੍ਰਿਪਤੀ ਬਣੀ ਰਹਿੰਦੀ ਹੈ। ਪਰ ਖੁਸ਼ਕ ਪ੍ਰਸ਼ਾਦਾ ਛਕਿਆ ਜਾਵੇ ਤੇ ਛੇਤੀ ਹਜਮ ਹੁੰਦਾ, ਛੇਤੀ ਭੁੱਖ ਲੱਗਦੀ ਹੈ। ਉਸ ਭੋਜਨ ਨੂੰ ਤੋਸਾ ਕਹਿੰਦੇ ਸਨ। ਤੇ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਤੋਸਾ ਹਰ ਕਾ ਨਾਮ ਲੈ, ਤੇਰੇ ਕੁਲ੍ਹੇ ਨਾ ਲਾਗੇ ਗਾਲ। ਹੇ ਬੰਦਿਆ, ਤੂੰ ਵਾਹਿਗੁਰੂ ਦੇ ਨਾਮ ਦਾ ਤੋਸਾ ਲੈ ਲੈ, ਤੇਰੀ ਕੁਲ ਨੂੰ ਕੋਈ ਗਾਲ ਨਹੀਂ ਦਵੇਗਾ। ਇੱਧਰ ਦਾ ਤਾਂ ਪਤਾ ਨਹੀਂ, ਪਰ ਮਾਝੇ ਮਾਲਵੇ ਦੇ ਵਿੱਚ ਐਸਾ ਹੈ ਕਿ ਕੋਈ ਬੰਦਾ ਗਲਤੀ ਕਰੇ ਤੇ ਬਜ਼ੁਰਗਾਂ ਤੱਕ ਗੰਦੀ ਗਾਲ ਕੱਢ ਦੇ ਕਿ ਤੁਹਾਡੀ ਕੁਲ, ਤੁਹਾਡਾ ਖਾਨਦਾਨ ਵਿੱਚੇ ਸਾਰੇ ਨੂੰ ਲੈ ਕੇ ਗਾਲ ਕੱਢਣੀ ਹੁੰਦੀ ਹੈ ਕਿ ਸਾਰੇ ਵਿੱਚੇ ਵਲੇਟ ਲੈਣੇ। ਗੁਰੂ ਸਾਹਿਬ ਕਹਿੰਦੇ ਭਾਈ ਨਾਮ ਦਾ ਤੋਸਾ ਲੈ ਲਓ, ਤੁਹਾਡੀ ਕੁਲ ਨੂੰ ਕੋਈ ਗਾਲ ਨਹੀਂ ਲੱਗੇਗੀ, ਕੋਈ ਮਿਹਣਾ ਨਹੀਂ ਮਾਰੇਗਾ ਕਿ ਇਹਨਾਂ ਦੇ ਬਜ਼ੁਰਗ ਬੜੇ ਮਾੜੇ ਸਨ, ਇਹਨਾਂ ਨੇ ਚੰਗੀ ਗੱਲ ਕੋਈ ਕਮਾਈ ਨਹੀਂ ਕੀਤੀ, ਇਹਨਾਂ ਨੇ ਗੰਦੀ ਲਾਦ ਪੈਦਾ ਕਰ ਦਿੱਤੀ ਹੈ। ਤੇ ਜਿਹੜੀ ਗੰਦੀ ਲਾਦ ਪੈਦਾ ਕਰਨੀ ਉਹ ਗਾਲ ਕਿਹਨੂੰ? ਬਜ਼ੁਰਗਾਂ ਨੂੰ ਹੈ, ਕਿਉਂਕਿ ਬਜ਼ੁਰਗਾਂ ਦੇ ਕਾਰਨ ਹੀ ਪੈਦਾ ਹੋਏ ਜੀਵ।
ਸੋ ਸਾਹਿਬ ਕਹਿੰਦੇ ਤੋਸਾ ਹਰ ਕਾ ਨਾਮ ਲੈ, ਤੇਰੇ ਕੁਲੇ ਨਾ ਲਾਗੇ ਗਾਲ, ਤੇਰੀਆਂ ਕੁਲਾਂ ਨੂੰ ਗਾਲ ਨਹੀਂ ਲੱਗੇਗੀ, ਕੋਈ ਗੰਦਾ ਮੰਦਾ ਨਹੀਂ ਬੋਲੇਗਾ, ਸਗੋਂ ਕਵੇਗਾ ਕਿ ਇਹਨਾਂ ਦੇ ਬਜ਼ੁਰਗ ਚੰਗੇ ਸਨ, ਇਹਨਾਂ ਦੀ ਕੁਲ ਵਿੱਚ ਚੰਗਾ ਭਗਤ ਪੈਦਾ ਹੋਇਆ। ਸੁਖਮਨੀ ਸਾਹਿਬ ਜਿਹੜੇ ਗੁਰਮੁਖ ਪੜ੍ਹਦੇ ਨੇ ਉਹਦੇ ਵਿੱਚ ਇਹ ਬਚਨ ਹੈ, ਅਗਲਾ ਮਾਰਗ ਅਗਲਾ ਰਸਤਾ ਜਿਹੜਾ ਬੜਾ ਲੰਮਾ ਪੈਂਦਾ, ਪੁਰਾਣਾ ਵਿੱਚ ਗਰੜ ਪੁਰਾਣ ਦੇ ਵਿੱਚ ਲਿਖਿਆ ਹੈ, ਬੜੇ ਕੁਆਂ ਦਾ ਵਰਣਨ ਹੈ। ਤੇ ਗੁਰੂ ਸਾਹਿਬ ਗਿਣਤੀ ਮਿੰਤੀ ਤੋਂ ਰਹਿਤ ਦੱਸਦੇ ਨੇ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਸ ਰਸਤੇ ਦੇ ਜਿਸ ਮਾਰਗ ਦੇ ਕੋ ਵਾਟ ਨਹੀਂ ਨਾ ਗਿਣੀ ਜਾ ਸਕਦੀ, ਹਰੀ ਦਾ ਨਾਮ ਉਸ ਵਿਖੜੇ ਰਸਤੇ ਤੇ ਤੋਸਾ ਹੈ ਭਾਈ, ਭੋਜਨ ਹੈ, ਨਾਲ ਸਫ਼ਰ ਦਾ ਖਰਚਾ ਹੈ। ਪਰ ਬੰਦਾ ਕੀ ਕਰਦਾ, ਸਾਹਿਬਾਂ ਨੇ ਇਹਦਾ ਵੀ ਜ਼ਿਕਰ ਕਰ ਦਿੱਤਾ। ਸੋ ਸੰਚਿਓ ਜਿਤ ਭੂਖ ਤਸਾਇਓ। ਸੋ ਦਾ ਅਰਥ ਹੈ ਉਹ ਬੰਦੇ ਨੇ ਉਹ ਸੰਚੇ ਹੁੰਦਾ, ਜਮ੍ਹਾਂ ਕੀਤਾ, ਇਕੱਠਾ ਕੀਤਾ। ਜਿਤ ਜਿਸ ਦੇ ਦੁਆਰਾ ਭੁੱਖ ਤੇ ਤਸਾਇਓ, ਪਿਆਸ ਹੋਰ ਜ਼ਿਆਦਾ ਵੱਧ ਜਾਂਦੀ ਹੈ। ਬੰਦਾ ਉਹ ਕੁਛ ਇਕੱਠਾ ਕਰਦਾ ਜਿਹਦੇ ਨਾਲ ਭੁੱਖ ਤੇ ਪਿਆਸ ਹੋਰ ਵੱਧ ਜਾਂਦੀ ਹੈ। ਪਰ ਜਿਹੜਾ ਅੰਮ੍ਰਿਤ ਤੋਸਾ, ਜਿਹੜਾ ਨਾਮ ਅੰਮ੍ਰਿਤ ਤੋਸਾ ਸੀ, ਸਾਹਿਬ ਕਹਿੰਦੇ ਉਹ ਮਨ ਵਿੱਚੋਂ ਵਸਾਰ ਦਿੰਦਾ, ਭੁਲਾ ਦਿੰਦਾ ਹੈ। ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ, ਜਿਹੜਾ ਅਸਲੀ ਤੋਸਾ ਸੀ ਨਾ ਨਾਮ ਅੰਮ੍ਰਿਤ, ਉਹ ਪ੍ਰਾਪਤ ਨਹੀਂ ਕੀਤਾ। ਤੇ ਕੀਤਾ ਕਿ ਸੋ ਸੰਚਿਓ ਜਿਤ ਭੂਖ ਤਸਾਇਓ, ਜਿਹਦੇ ਨਾਲ ਨਾ ਭੁੱਖ ਮਿਟਦੀ ਨਾ ਪਿਆਸ ਮਿਟਦੀ, ਉਹ ਭੋਜਨ ਬੰਦਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਹੈ। ਅੰਮ੍ਰਿਤ ਤੋਸਾ ਨਾਮ ਨਹੀਂ ਪਾਏ, ਨਾਮ ਅੰਮ੍ਰਿਤ ਰੂਪੀ ਤੋਸਾ ਜਿਹੜਾ ਨਾ ਉਹ ਜਮ੍ਹਾਂ ਨਹੀਂ ਕੀਤਾ, ਉਹ ਇਕੱਠਾ ਨਹੀਂ ਕੀਤਾ। ਸੋ ਸਾਹਿਬ ਫਰਮਾ ਰਹੇ ਨੇ, ਤੋਸਾ ਬੰਧੋ ਜੀ ਕਾ, ਬੰਧੋ ਦਾ ਅਰਥ ਹੈ ਬੰਨ ਲਵੋ, ਜੀ ਦਾ ਅਰਥ ਹੈ ਜੀਵ ਆਤਮਾ। ਆਪਣੀ ਜੀਵ ਆਤਮਾ ਦੇ ਅਗਲੇ ਲੰਮੇ ਸਫ਼ਰ ਦਾ ਜਿਹੜਾ ਖਰਚਾ ਨਾ, ਉਹ ਭਾਈ ਇਕੱਠਾ ਕਰ ਲਓ। ਇੱਥੇ ਉੱਥੇ ਨਾਲ ਇਹ ਜਿਹੜਾ ਤੋਸਾ ਨਾ, ਇੱਥੇ ਐਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਨਾਲ ਨਿਭੇਗਾ, ਨਾਲ ਜਾਵੇਗਾ। ਜਿੱਥੇ ਲੋੜ ਹੋਈ ਉੱਥੇ ਛਕ ਸਕੋਗੇ। ਨਹੀਂ ਤਾਂ ਬਾਕੀ ਜਿੰਨੇ ਹੋਰ ਕਰਮ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹਨ, ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੁੱਟੇ। ਉਹ ਲੁੱਟ ਲੈ ਜਾਂਦੇ ਨੇ, ਪਰ ਇੱਕੋ ਇੱਕ ਨਾਮ ਦਾ ਭੋਜਨ ਹੈ, ਨਾਮ ਦਾ ਖਜ਼ਾਨਾ, ਜਿਹਦੇ ਬਾਰੇ ਸਾਹਿਬ ਕਹਿੰਦੇ ਜਲ ਨਹੀਂ ਡੋਬੇ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੈ, ਗੁਰ ਕਾ ਸ਼ਬਦ ਗੁਰ ਕਾ ਬਚਨ ਬਸੈ ਜੀ ਨਾਲੈ। ਇਹ ਗੁਰੂ ਦਾ ਬਚਨ ਹੈ, ਨਾਮ ਰੂਪੀ ਬਚਨ ਹਿਰਦੇ ਦੇ ਨਾਲ ਵਸਦਾ ਹੈ। ਜਦ ਕਤ ਮੋਹੇ ਰਖਵਾਲੇ, ਜਿੱਥੇ ਕਿੱਥੇ ਇੱਥੇ ਉੱਥੇ, ਇੱਥੇ ਉੱਥੇ ਪ੍ਰਭ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਐਸਾ ਅਕਾਲ ਪੁਰਖ ਤੇ ਪਰਮੇਸ਼ਰ ਦਾ ਨਾਮ ਸਾਹਿਬ ਕਹਿੰਦੇ ਇੱਥੇ ਉੱਥੇ ਨਾਲ। ਇੱਕ ਥਾਂ ਤੇ ਸਾਹਿਬ ਕਹਿੰਦੇ ਇੱਥੇ ਉੱਥੇ ਨਿਭੈ ਨਾਲ, ਨਾਲ ਨਿਭ ਜਾਂਦਾ ਹੈ ਭਾਈ। ਮਿਲਦਾ ਕਿੱਥੋਂ ਫਿਰ ਇਹ ਤੋਸਾ? ਇਹ ਤਿਆਰ ਕਿਵੇਂ ਕਰਨਾ ਤੋਸਾ? ਗਿਆਨ ਦਾ ਘਿਓ ਪਾ ਕਰਕੇ ਤੇ ਸਬਰ ਤੇ ਸੰਤੋਖ ਦਾ ਆਟਾ ਲੈ ਕਰਕੇ ਇਹ ਤੋਸਾ ਭੋਜਨ ਤਿਆਰ ਕੀਤਾ ਜਾਂਦਾ ਹੈ। ਤੇ ਖੰਡ ਵੀ ਵਿੱਚ ਚਾਹੀਦੀ ਹੈ, ਫਿਰ ਭਗਤੀ ਦੀ ਖੰਡ ਹੋਵੇ, ਬੰਦਗੀ ਦੀ ਖੰਡ ਪਾ ਕਰਕੇ, ਬੰਦਗੀ ਦੀ ਖੰਡ, ਗਿਆਨ ਦਾ ਘਿਓ ਤੇ ਸੰਤੋਖ ਦਾ ਆਟਾ ਪਾ ਕਰਕੇ ਇਹ ਤੋਸਾ ਤਿਆਰ ਹੁੰਦਾ ਹੈ। ਸਾਹਿਬ ਕਹਿੰਦੇ ਇਹ ਤੋਸਾ ਫਿਰ ਲੋਕ ਤੇ ਪਰਲੋਕ 'ਚ ਨਾਲ ਨਿਭਦਾ ਹੈ। ਕਿੱਥੋਂ ਮਿਲਦਾ ਹੈ? ਹੈ ਕੋਈ ਐਸਾ ਹੱਟ, ਕੋਈ ਦੁਕਾਨ ਜਿੱਥੋਂ ਮਿਲਦਾ ਹੋਵੇ? ਸਾਹਿਬ ਕਹਿੰਦੇ ਹੈਗਾ ਗੁਰੂ ਦਾ ਹੱਟ। ਗੁਰ ਪੂਰੇ ਤੇ ਪਾਈ ਹੈ, ਪੂਰੇ ਸਤਿਗੁਰੂ ਦੇ ਪਾਸੋਂ ਇਹ ਨਾਮ ਦਾ ਤੋਸਾ, ਇਹ ਭੋਜਨ ਪ੍ਰਾਪਤ ਹੁੰਦਾ, ਪਾਇਆ ਜਾਂਦਾ ਹੈ। ਕਦੋਂ? ਆਪਣੀ ਨਦਰ ਨਿਹਾਲ, ਜਦੋਂ ਮਾਲਕ ਪਰਮੇਸ਼ਰ ਆਪਣੀ ਮਿਹਰ ਦੀ ਨਦਰ ਕਰਕੇ ਨਿਹਾਲ ਕਰ ਦਵੇ ਨਾ, ਗੁਰੂ ਦਾ ਮਿਲਾਪ ਕਰਵਾਉਂਦਾ। ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗੁਰੂ ਨਹੀਂ ਮਿਲਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਜਦੋਂ ਆਪਣੀ ਨਦਰ ਕਰਦਾ ਨਾ, ਫਿਰ ਸਾਹਿਬ ਕਹਿੰਦੇ ਜੀਵਨ ਨਿਹਾਲ ਹੋ ਜਾਂਦਾ। ਫਿਰ ਗੁਰੂ ਦੇ ਕੋਲੋਂ ਨਾਮ ਦਾ ਤੋਸਾ ਭੋਜਨ ਪ੍ਰਾਪਤ ਹੁੰਦਾ ਹੈ। ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਇਆਲ। ਕਰਮ ਦਾ ਅਰਥ ਹੈ ਭਾਗ, ਨਸੀਬ। ਤੇ ਫਾਰਸੀ ਦੇ ਵਿੱਚ ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼। ਅਰਬੀ ਫਾਰਸੀ 'ਚ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਮਿਹਰ ਨੂੰ, ਕਿਰਪਾ ਨੂੰ, ਰਹਿਮਤ ਨੂੰ।
ਪਰ ਸੰਸਕ੍ਰਿਤ ਵਿੱਚ ਆਮ ਹਿੰਦੀ ਵਿੱਚ ਕਰਮ ਕਹਿ ਦਿੰਦੇ ਭਾਗਾਂ ਨੂੰ, ਨਸੀਬਾਂ ਨੂੰ। ਅੱਜ ਦਾ ਜਿਹੜਾ ਮੁੱਖ ਵਾਕ ਆਇਆ ਹੈ ਉਹਦੇ ਵਿੱਚ ਵੀ ਸਾਹਿਬਾਂ ਨੇ ਇਸ ਕਰਮ ਪ੍ਰਾਪਤ ਦਾ ਜ਼ਿਕਰ ਕੀਤਾ। ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਕਰਮਾਂ ਦੁਆਰਾ, ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੁੰਦਾ। ਕਰਮ ਪ੍ਰਾਪਤ ਤਿਸ ਹੋਵੇ, ਗੁਰੂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਰਹਿਮਤ ਉਸ ਨੂੰ ਪ੍ਰਾਪਤ ਹੁੰਦੀ ਹੈ। ਕਿਸ ਨੂੰ? ਜਿਸ ਨੂੰ ਹੋਏ ਦਇਆਲ, ਜਿਹਦੇ ਉੱਪਰ ਦਿਆਲੂ, ਕਿਰਪਾਲੂ, ਮਿਹਰਬਾਨ ਹੋ ਜਾਏ, ਰਹਿਮਤਵਾਨ ਹੋ ਜਾਏ, ਕਿਰਪਾ ਕਰ ਦਵੇ। ਸਾਹਿਬ ਕਹਿੰਦੇ ਉਹਨੂੰ ਮਾਲਕ ਦੀ ਬਖਸ਼ਿਸ਼ ਮਿਲ ਜਾਂਦੀ ਹੈ, ਉਹਦੇ ਵੱਡੇ ਭਾਗ ਖੁੱਲ ਜਾਂਦੇ ਹਨ। ਮੇਰੇ ਮਨ ਗੁਰ ਜੇ ਵੱਡ ਅਵਰ ਨ ਕੋਏ। ਆ ਭੁਲੇਖਾ ਸਾਹਿਬਾਂ ਦੂਰ ਕੀਤਾ ਹੈ ਕਿ ਭਾਈ ਮਤਾਂ ਸੋਚਿਓ ਜੇ ਕਿ ਗੁਰੂ ਜਿੱਡਾ ਵੱਡਾ ਕੋਈ ਹੋਰ ਵੀ ਹੈ। ਨਹੀਂ, ਜੇਵੜ ਆਪ ਜਾਣੇ ਆਪ ਆਪ, ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਆਪ, ਓਡੀਆਂ ਵੱਡੀਆਂ ਦਾਤਾਂ ਵੀ ਉਹਦੀਆਂ ਹਨ। ਮੇਰੇ ਮਨ ਹੈ, ਮੇਰੇ ਮਨਾ ਹੈ ਭਾਈ ਭਰਾਵੋ, ਗੁਰ ਜੇ ਵੱਡ। ਜੇ ਦਾ ਅਰਥ ਹੈ ਜਿੱਡਾ, ਵੱਡ ਦਾ ਅਰਥ ਹੈ ਵੱਡਾ। ਜਿੱਡਾ ਵੱਡਾ ਗੁਰੂ ਹੈ ਨਾ, ਜਿੰਨਾ ਮਹਾਨ ਸਤਿਗੁਰੂ ਹੈ, ਅਵਰ ਨਾ ਕੋਏ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਅੱਜ ਦੇ ਮੁਖਵਾਜ ਵਿੱਚ ਇਹ ਬਚਨ ਕਿਹਾ ਕਿ ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਅਵਰ ਨਾ ਕੋਏ, ਅਵਰ ਕੋਈ ਹੋਰ ਤੇਰੀ ਬਰਾਬਰੀ ਕਰਨ ਵਾਲਾ ਨਹੀਂ। ਜਿੱਡਾ ਵੱਡਾ ਸਤਿਗੁਰੂ ਹੈ। ਦੂਜਾ ਥਾਓ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ। ਦੂਜਾ ਥਾਂ, ਟਿਕਾਣਾ, ਜਗ੍ਹਾ ਨਾ ਕੋ ਸੁਝੇ, ਨਹੀਂ ਕੋਈ ਸੁਝਦਾ, ਨਹੀਂ ਦਿਸਦਾ, ਨਹੀਂ ਔੜਦਾ, ਨਹੀਂ ਬੌੜਦਾ, ਨਹੀਂ ਨਜ਼ਰ ਪੈਂਦਾ। ਗੁਰ ਮੇਲੇ ਸੱਚ ਸੋਏ, ਸਤਿਗੁਰੂ ਦਾ ਹੀ ਉਹ ਟਿਕਾਣਾ ਥਾਂ ਹੈ ਜੋ ਸਰੂਪ ਰੂਪੀ ਮਹਿਲ ਵਿੱਚ ਮੇਲ ਦਿੰਦੇ। ਗੁਰ ਮੇਲੇ, ਗੁਰੂ ਮਿਲਦੇ ਨੇ, ਸੱਚ ਸੋਏ, ਸੱਚ ਪਰਮਾਤਮਾ ਸੋਏ ਦਾ ਅਰਥ ਹੈ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਾਹਿਬ ਕਹਿੰਦੇ ਉਹਦੇ ਤੋਂ ਬਿਨਾਂ ਕੋਈ ਹੋਰ ਥਾਂ ਟਿਕਾਣਾ ਨਹੀਂ ਹੈ। ਉਹ ਆਪ ਹੀ ਕਿਰਪਾ ਕਰਕੇ ਨਾਲ ਮਿਲਦਾ ਹੈ, ਪਰਮੇਸ਼ਰ ਨਾਲ ਜੋੜ ਦਿੰਦਾ ਹੈ। ਰਹਾਉ ਸਗਲ ਪਦਾਰਥ ਤਿਸ ਮਿਲੇ, ਜਿਨ ਗੁਰ ਦਿਠਾ ਜਾਏ। ਵਿਸਰਾਮ ਦੇ ਕੇ ਸਾਹਿਬ ਫਰਮਾ ਰਹੇ ਨੇ। ਅੱਗੇ ਹੁਣ ਕੁਛ ਪ੍ਰਸ਼ਨ ਕੀਤੇ ਨੇ ਸਿੱਖਾਂ ਨੇ। ਮਹਾਰਾਜ ਸੁਣਿਆ ਹੈ ਕਿ ਸੰਸਾਰ 'ਚ ਬੜੇ ਤਰ੍ਹਾਂ ਦੇ ਪਦਾਰਥ ਨੇ। ਗੁਰੂ ਸਾਹਿਬ ਜੀ ਨੇ 8 ਪਦਾਰਥਾਂ ਦਾ ਬਾਣੀ 'ਚ ਜ਼ਿਕਰ ਕੀਤਾ ਹੈ। 4-4 ਕਰਕੇ ਵਾਰ-ਵਾਰ ਧਰਮ, ਅਰਥ, ਕਾਮ ਤੇ ਮੋਕਸ਼, ਇਹ 4 ਪਦਾਰਥ ਨੇ। ਇਸੇ ਤਰ੍ਹਾਂ ਹੀ 4 ਪਦਾਰਥ ਹੋਰ ਵੀ ਬਾਣੀ 'ਚ ਲਿਖੇ ਨੇ। ਪ੍ਰੇਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ ਤੇ ਜਨਮ ਪਦਾਰਥ। ਇਹ 4 ਇਹ ਹਨ ਤੇ 4 ਹੀ ਉਹ ਨੇ ਜਿਨ੍ਹਾਂ ਨੂੰ ਜਗਤ ਲੋਚਦਾ ਹੈ। ਧਰਮ, ਅਰਥ, ਕਾਮ ਤੇ ਮੋਕਸ਼। ਸੋ ਇਹ ਜਿਹੜੇ 4 ਪਦਾਰਥ ਨੇ, ਸਾਹਿਬ ਕਹਿੰਦੇ ਸਗਲ ਪਦਾਰਥ ਤਿਸ ਮਿਲੇ। ਇਹ ਸਾਰੇ ਦੇ ਸਾਰੇ ਪਦਾਰਥ ਤਿਸ ਮਿਲੇ, ਉਸ ਨੂੰ ਮਿਲਦੇ ਨੇ ਜਿਨ ਗੁਰ ਦਿਠਾ ਜਾਏ, ਜਿਨ੍ਹਾਂ ਨੇ ਜਾ ਕੇ ਗੁਰੂ ਦਾ ਦੀਦਾਰ ਕਰ ਲਿਆ। ਸਾਰੀ ਦਿੱਲੀ ਤਰਾ ਕਈ ਪਈ ਕਰਦੀ ਸੀ, ਸੁੱਖ ਦੀ ਕਿਰਨ ਕਿਤੇ ਨਜ਼ਰ ਨਹੀਂ ਸੀ ਆਉਂਦੀ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਦਾ ਦੀਦਾਰ ਕਰਦੇ ਹੀ ਸਾਰੇ ਦੁੱਖ ਮੁੱਕ ਜਾਂਦੇ। ਜਿਨ ਗੁਰ ਡਿਠਾ ਜਾਏ, ਜਿਨ੍ਹਾਂ ਨੇ ਜਾ ਕੇ ਗੁਰੂ ਨੂੰ ਡਿਠਾ ਦਾ ਅਰਥ ਹੁੰਦਾ ਵੇਖ ਲਿਆ, ਦੀਦਾਰ ਕਰ ਲਿਆ। ਐਵੇਂ ਉਹ ਦ੍ਰਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ। ਗੁਰੂ ਉਹਨਾਂ ਦੇ ਜੀਵਨ 'ਚੋਂ ਸਾਰੇ ਪਾਪਾਂ ਦੀ ਮੈਲ ਧੋ ਕੇ ਹਿਰਦੇ ਨੂੰ ਸ਼ੁੱਧ ਕਰ ਦਿੰਦੇ, ਜਿਨ੍ਹਾਂ ਨੇ ਗੁਰੂ ਦਾ ਦੀਦਾਰ ਕੀਤਾ। ਗੁਰੂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ। ਜਿਨ ਗੁਰ ਡਿਠਾ ਜਾਏ, ਜਿਨ੍ਹਾਂ ਜਾ ਕੇ ਗੁਰੂ ਦਾ ਦੀਦਾਰ ਕੀਤਾ, ਮਨ ਬੁੱਧ ਰੂਪੀ ਨੇਤਰਾਂ ਨਾਲ, ਅੰਤਰੀਵ ਨੇਤਰਾਂ ਨਾਲ, ਪ੍ਰਤੱਖ ਨੇਤਰਾਂ ਨਾਲ, ਸਗਲ ਪਦਾਰਥ ਤਿਸ ਮਿਲੇ। ਉਸ ਗੁਰਮੁਖ ਨੂੰ ਸਾਰੇ ਪਦਾਰਥ ਮਿਲ ਜਾਂਦੇ, ਪ੍ਰਾਪਤ ਹੋ ਜਾਂਦੇ ਹਨ। ਗੁਰ ਚਰਨੀ ਜਿਨ ਮਨ ਲੱਗਾ, ਸੇ ਵੱਡ ਭਾਗੀ ਮਾਏ। ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ 2-4 ਪੁੱਤਰ ਧੀਆਂ ਘਰ ਵਿੱਚ ਪਰਿਵਾਰ ਹੋਵੇ, ਧਨ ਦੌਲਤ ਸੰਪਤੀ, ਕੋਠੇ ਕਾਰਾਂ ਵਧੀਆ ਸਭ ਕੁਝ ਹੋਵੇ ਤੇ ਕਹਿ ਦਿੱਤਾ ਜਾਂਦਾ ਜੀ ਬੰਦਾ ਵੱਡਿਆਂ ਭਾਗਾਂ ਵਾਲਾ ਹੈ, ਇਹਦੇ ਚੰਗੇ ਨਸੀਬ ਨੇ, ਸਾਰਾ ਕੁਝ ਮਿਲ ਗਿਆ। ਗੁਰੂ ਸਾਹਿਬ ਦੀ ਦ੍ਰਿਸ਼ਟੀ ਹੋਰ ਹੈ। ਵੱਡਿਆਂ ਭਾਗਾਂ ਵਾਲਾ ਕੌਣ ਹੈ?
ਸਾਹਿਬ ਕਹਿ ਰਹੇ ਨੇ ਗੁਰ ਚਰਨੀ ਜਿਨ ਮਨ ਲੱਗਾ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਗਿਆ, ਜੁੜ ਗਿਆ, ਸੇ ਵੱਡ ਭਾਗੀ ਮਾਏ। ਹੇ ਮਾਏ ਭਰਾਵੋ, ਉਹ ਵੱਡਿਆਂ ਭਾਗਾਂ ਵਾਲੇ ਹਨ। ਮਾਏ ਦਾ ਅਰਥ ਮਾਂ ਵੀ ਹੁੰਦਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸੋ ਮਾਏ ਦਾ ਅਰਥ ਭਰਾ ਵੀ ਹੈ। ਵੱਡ ਭਾਗੀ, ਸੇ ਵੱਡ ਭਾਗੀ ਮਾਇਓ, ਵੱਡਿਆਂ ਭਾਗਾਂ ਵਾਲੇ ਨੇ ਭਰਾਵੋ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਅੱਗੇ ਹੁਣ ਸਤਿਗੁਰੂ ਦੀ ਮਹਿਮਾ ਕਰਦੇ ਹਨ। ਉਹ ਸਤਿਗੁਰੂ ਕਿਹੜਾ ਹੈ? ਜਿਹਦੇ ਵਰਗਾ ਵੱਡਾ ਕੋਈ ਹੋਰ ਨਹੀਂ ਹੈ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਹਿਆ ਸਮਾਏ। ਗੁਰੂ ਦਾਤਾ ਕਿਸ ਦਾ ਦਾਤਾ? ਨਾਮ ਦਾ ਦਾਤਾ ਹੈ। ਸਤਿਗੁਰੂ ਦਾਤਾ ਨਾਮ ਕਾ, ਨਾਮ ਦਾ ਦਾਤਾ ਜਿਹਦੇ ਭੰਡਾਰ ਸਾਹਿਬ ਕਹਿੰਦੇ ਅਗੰਤ ਭਰੇ ਭੰਡਾਰ, ਬੇਅੰਤ ਭੰਡਾਰੇ ਭਰੇ ਪਏ ਹਨ। ਪੂਰਾ ਜਿਸ ਭੰਡਾਰ ਉਸ ਦਾ ਪੂਰਨ ਤੌਰ ਤੇ ਭਰਿਆ ਹੈ। ਕੱਲ ਦੇ ਉਪਦੇਸ਼ ਸਾਹਿਬਾਂ ਨੇ ਕਿਹਾ ਸੀ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਗੁਰ ਦਾਤਾ ਗੁਰੂ ਦਾਤਾ ਹੈ। ਸਮਰੱਥ ਗੁਰ, ਗੁਰੂ ਸਾਰੀ ਸਮਰੱਥਾ ਤਾਕਤ ਤੇ ਸ਼ਕਤੀ ਦਾ ਮਾਲਕ ਹੈ। ਗੁਰੂ ਪੰਜਾਂ ਨੂੰ ਵੱਢ ਕੇ ਜਿਉਂਦਾ ਕਰ ਸਕਦਾ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰਜ ਵਾਲੇ। ਇੱਥੋਂ ਤੱਕ ਸਾਹਿਬ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਲਾਇਆ। ਮੁਰਦੇ ਵਿੱਚ ਵੀ ਜੀਵਨ ਪਾ ਦਿੰਦਾ ਹੈ, ਸਵਾਸ ਪਾ ਦਿੰਦਾ ਹੈ। ਇੰਨੀ ਸਮਰੱਥਾ ਦਾ ਮਾਲਕ ਹੈ ਗੁਰੂ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਉਹ ਜਿਹੜਾ ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲਾ ਸਮਰੱਥ ਹੈ। ਗੁਰੂ ਸਮਰੱਥ ਹੈ ਸਾਹਿਬ ਕਹਿੰਦੇ। ਤੇ ਫਿਰ ਗੁਰੂ ਕਿਹੋ ਜਿਹਾ ਹੈ? ਕਿ ਗੁਰੂ ਇੱਕ ਥਾਂ ਤੇ ਹੈ? ਸਾਹਿਬ ਕਹਿੰਦੇ ਨਹੀਂ ਭਾਈ, ਗੁਰ ਸਭ ਮਹਿ ਰਹਿਆ ਸਮਾਏ। ਗੁਰੂ ਸਰਬ ਵਿਆਪਕ ਹੈ, ਸਾਰਿਆਂ ਵਿੱਚ ਪਰਿਪੂਰਨ ਗੁਰੂ ਵਿਆਪਕ ਹੋ ਰਿਹਾ ਹੈ। ਗੁਰੂ ਜੋਤੀ ਸਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਪਰਮੇਸ਼ਰ ਵਿਆਪਕ ਤੇ ਗੁਰੂ ਵੀ ਸਾਰੇ ਥਾਵਾਂ ਤੇ ਸਮਾ ਰਿਹਾ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰੂ ਹੀ ਪਰਮੇਸ਼ਰ ਹੈ, ਗੁਰੂ ਹੀ ਪਾਰ ਬ੍ਰਹਮ। ਤਾਈਏ ਸਾਹਿਬਾਂ ਕਿਹਾ ਕਿ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਮੈਨੂੰ ਉਹ ਗੁਰੂ ਮਿਲਿਆ ਜਿਹੜਾ ਪਰਮੇਸ਼ਰ ਪਾਰ ਬ੍ਰਹਮ ਹੈ, ਉਹਦਾ ਹੀ ਰੂਪ ਹੈ। ਗੁਰ ਡੁੱਬਦਾ ਲੈ ਤਰਾਏ, ਗੁਰੂ ਪਰਮੇਸ਼ਰ ਹੈ, ਗੁਰੂ ਪਾਰ ਬ੍ਰਹਮ ਹੈ। ਗੁਰੂ ਡੁੱਬਦਿਆਂ ਹੋਇਆਂ ਨੂੰ ਤਾਰ ਲੈਂਦਾ, ਤਰਾ ਦਿੰਦਾ, ਸੰਸਾਰ ਭਵਜਲ ਤੋਂ ਪਾਰ ਲੰਘਾ ਦਿੰਦਾ ਹੈ। ਬੇਅੰਤ ਜੀਵਾਂ ਨੂੰ ਗੁਰੂ ਨੇ ਪਾਰ ਲੰਘਾਇਆ ਹੈ। ਡੁੱਬਦਿਆਂ ਦੇ ਗੁਰੂ ਬਾਂਹ ਫੜ ਲੈਂਦਾ ਹੈ। ਜੇ ਕੋਈ ਡੁੱਬੈ ਫਿਰ ਹੋਵੇ ਸਾਰ, ਉਹਦੀ ਵੀ ਸੰਭਾਲ ਗੁਰੂ ਕਰ ਲੈਂਦਾ ਹੈ। ਕਿਤ ਮੁਖ ਗੁਰ ਸਾ ਲਾਹੀਐ, ਕਰਨ ਕਾਰਨ ਸਮਰੱਥ। ਭਾਈ ਕਿਹੜੇ ਮੂੰਹ ਦੇ ਨਾਲ ਗੁਰੂ ਦੀ ਸਿਫਤ ਕਰੀਏ? ਕਿਉਂਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨ। ਸਾਡੇ ਕੋਲ ਮੂੰਹ ਵੇਖ ਹੈ, ਤੇਰੀਆਂ ਵਡਿਆਈਆਂ ਵੱਡੀਆਂ ਨੇ। ਇਸ ਵਾਸਤੇ ਮਹਾਰਾਜ ਅਸੀਂ ਤੇਰੀ ਵਡਿਆਈ ਮਹਿਮਾ ਸੰਪੂਰਨ ਰੂਪ 'ਚ ਨਹੀਂ ਕਰ ਸਕਦੇ। ਕਿਤ ਮੁਖ ਗੁਰ ਸਾ ਲਾਹੀਏ, ਕਿਸ ਮੁਖ ਦੁਆਰਾ ਗੁਰੂ ਦੀ ਸਿਫਤ ਸਲਾਹ ਕਰੀਏ? ਕਿਉਂਕਿ ਗੁਰੂ ਤਾਂ ਕਰਨ ਕਾਰਨ ਸਮਰੱਥ ਹੈ। ਇੱਕ ਮੂੰਹ ਨਾਲ ਉਹਦੀ ਵਡਿਆਈ ਕੀਤੀ ਨਹੀਂ ਜਾ ਸਕਦੀ, ਉਹ ਸਮਰੱਥ ਹੈ। ਸੇ ਮੱਥੇ ਨਿਹਚਲ ਰਹੇ, ਜਿਨ ਗੁਰ ਧਾਰਿਆ ਹੱਥ। ਕਿਹੜੇ ਬੰਦਿਆਂ ਦੇ ਮੱਥੇ ਕਾਇਮ ਰਹਿੰਦੇ ਨੇ? ਸਾਹਿਬ ਕਹਿੰਦੇ ਉਹ ਮੱਥੇ, ਉਹ ਮਸਤਕ, ਉਹ ਸਰੀਰ ਸਦਾ ਕਾਇਮ ਹੋ ਜਾਂਦੇ ਨੇ। ਆਤਮਾ ਸਦਾ ਸਥਿਰ ਹੋ ਜਾਂਦੀ। ਸੇ ਮੱਥੇ ਨਿਹਚਲ, ਉਹ ਮੱਥਾ ਕਦੀ ਕਿਸੇ ਅੱਗੇ ਝੁਕਦਾ ਨਹੀਂ। ਭਾਈ ਮਤੀ ਦਾਸ ਨੂੰ ਕਹਿੰਦੇ ਸਨ ਡੋਲੇ ਦੇ ਦੇਵਾਂਗੇ ਬੇਗਮਾਂ ਦੇ, ਰਾਜ ਭਾਗ ਦੇ ਦੇਵਾਂਗੇ, ਬਸ ਤੁਸੀਂ ਸਲਾਮ ਕਹਿ ਦੇਵੋ ਝੁਕ ਕਰਕੇ ਬਾਦਸ਼ਾਹ ਨੂੰ। ਬਾਦਸ਼ਾਹ ਜੋ ਕਹਿੰਦਾ ਮੰਨ ਲਵੋ, ਗੁਰੂ ਤੋਂ ਤੁਸੀਂ ਕੀ ਲੈਣਾ? ਸਾਹਿਬਜ਼ਾਦੇ ਨੂੰ ਇਹੀ ਕਹਿ ਰਹੇ ਸੀ ਕਿ ਤੁਸੀਂ ਇੱਕ ਵਾਰੀ ਸਿਰ ਝੁਕਾਓ ਤਾਂ ਸਹੀ। ਉਹਨਾਂ ਛੋਟੀ ਬਾਰੀ ਤਾਈਏ ਖੋਲੀ ਸੀ, ਵੱਡਾ ਦਰਵਾਜ਼ਾ ਬੰਦ ਕਰਨ ਦਾ ਕਾਰਨ ਇਹ ਸੀ ਕਿ ਉਹਨਾਂ ਦਾ ਮੱਥਾ ਝੁਕ ਜਾਏਗਾ। ਸਾਹਿਬ ਕਹਿੰਦੇ ਸੇ ਮੱਥੇ ਨਿਹ ਚੱਲ ਰਹੇ, ਉਹ ਮੱਥੇ ਕਦੀ ਝੁਕਦੇ ਨਹੀਂ, ਉਹ ਸਿਰ ਕਦੀ ਕਿਸੇ ਅੱਗੇ ਝੁਕਦਾ ਨਹੀਂ। ਹਾਂ ਕੱਟਿਆ ਤਾਂ ਜਾ ਸਕਦਾ ਹੈ, ਗੁਰੂ ਤੋਂ ਕੁਰਬਾਨ ਤਾਂ ਹੋ ਸਕਦਾ, ਪਰ ਉਹ ਸਿਰ ਸਦਾ ਅਚਲ ਹੋ ਜਾਂਦਾ, ਨਿਹਚਲ ਹੋ ਜਾਂਦਾ। ਕਿਹੜਾ ਸਿਰ? ਜਿਨ ਗੁਰ ਧਾਰਿਆ ਹੱਥ, ਜਿਸ ਸਿਰ ਦੇ ਉੱਪਰ ਗੁਰੂ ਨੇ ਕਿਰਪਾ ਦਾ ਹੱਥ ਰੱਖ ਦਿੱਤਾ, ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਜਿਸ ਦੇ ਉੱਪਰ ਗੁਰੂ ਨੇ ਟਿਕਾ ਦਿੱਤਾ, ਉਹ ਸਿਰ, ਉਹ ਮੱਥਾ ਸਦਾ ਅਚਲ ਹੋ ਜਾਂਦਾ, ਨਿਹਚਲ ਹੋ ਜਾਂਦਾ।
गुर अमृत नाम पियालिया जन्म मरण का पथ। गुरु कोलो नाम अमृत है जिहड़ा आबे हयात जिंदगी जीवन नूं अमर कर दिंदा है। वो गुरु ने नाम अमृत पियालिया पिया दिता। जन्म मरण का पथ, जिस नाम अमृत नूं पी के जन्म ते मरण दा पथ दा दो अर्थ हुंदे। एक पथ राह नूं कहिंदे, दूसरा पथ परहेज नूं कहिंदे ने। जम्मन ते मरण दा परहेज हो जांदा, जम्मन मरण नहीं आउंदा। जम्मन मरण दा पथ राह उस मनुख दे जीवन च फिर नहीं आउंदा जिस नूं नाम अमृत सतगुरु ने पिया दिता है। गुर परमेश्वर सेविया पै भंजन दुख लथ। जिन्हां गुरमुख जनां ने गुरु परमेश्वर नूं सेविया, सेवना कीता, याद चेते कीता, आराधन कीता, सेवा कीती, भै भंजन दुख लथ। उन्हां दे भै सारे डर भंजन नाश हो गए ते उन्हां दा दुख लथ गया। क्योंकि भै भंजन गुरु सारे दुखां दा भंजन नाश कर देने वाला है। तांगे साहिबां कहा है कि भै भंजन सब दुख नाश, सारे दुखां दा हरता नाश करन वाला है। दुख लथ, सारे दुख उन्हां दे लथ जांदे, दूर हो गए। सतगुर गहर गंभीर है सुख सागर अग खंड। गुरु किस शख्सियत दा नाम है? साहब कहंदे गुर गहर गंभीर है। गहर दा अर्थ गहरा हुंदा, गंभीर दा अर्थ विशाल हुंदा। बड़ा डूंघे तो डूंघा है गुरु, विशाल तो विशाल। सुख सागर, सुखां दा सागर समुंदर है। अग हुंदे पाप ते खंड हुंदा खंडन करन वाला, नाश करन वाला। गुरु सुखां दा सागर ते सारे पापां दा खंड कर दिंदा, टुकड़े टुकड़े कर दिंदा, नाश कर दिंदा है। जिन गुर सेविया अपना जमदूत न लागै डंड। जिन्हां ने अपने गुरु नूं सेविया ना, याद कीता, चेते कीता ना, अंतले समय ते भी गुरु ने उन्हां दी बांह फड़ लई। उन्हां नूं जमां दा डंडा नहीं ठुका। नहीं तो जम का डंडा जिहड़ा बड़ा भयानक है। जमकाल सह सिर डंडा है। वो सिर विच क्यों मारदा? क्योंकि सिर शरीर का श्रोमणी हिस्सा है। सिर विच पीड़ ज़्यादा हुंदी, सिर बंदे दा लह जे ते पछाण ही खत्म हो जाती। सिर तो बंदे की पछाण है। लाश सिर नाल ना होवे घरदिआं नूं पछाणनी औखी हो जाती जी ये साडे ही किसी प्राणी की लाश है। सिर बड़ा जरूरी। ते जमकाल मारदा ही सिर विच है। साहब कहंदे फिर जमकाल जिहड़ा जमदूत है ना, उहदा डंड, उहदा डंडा नहीं लगदा, उहदी सज़ा नहीं मिलदी। गुर नाल तुलना लगाई खोज दिठा ब्रह्मंड। गुरु नाल कोई भी किसी की तुलना नहीं की जा सकती कि फलाना साडे गुरु वर्गा है। नहीं भाई, गुर नाल तुल दा अर्थ की हुंदा? तुलना। जिवें वजन कर लिया जाता ना, कोई चीज़ तोल लई जाती, गुरु के बराबर कोई नहीं तुल सकता। कोई है संसार च देवी देवता जिन्हें 4 पुत कुर्बान किए होण, जिसने अपना आप अपना पावन खून इस धरती वास्ते डोलिया होवे, जिसने माँ कुर्बान की होवे, जिसने पिता सदके किया होवे, वो महान सतगुरु कलगीधर पातशाह कि उन्हां नाल किसी दी तुलना की जा सकती नहीं। उठी कूक पुकार कश्मीर वल्लों, वज्जा तेग बहादुर दे घा अंदर। गंभीर चेहरे ते चिंता दे चिन्ह छाए, दुख भरे गए रुग भरे गए दुख अणगाह अंदर। लगे कहण के होवे कोई महापुरख देवे सीस, जो जुल्म दे राह अंदर। बालड़ी उम्र सी तदों दशमेश जी दी, क्या उस वेले भोले भा अंदर। तुसां जहे महान महापुरखां नूं कदे कदे मावां सुभागीआं जाणदियां ने। अपना सीस दे के तुसीं आप दसो, कौमां सदा तो इवें ही बनदियां ने। उस महान सतगुरु नाल किसी दी तुलना किवें हो सकदी है? साहब कहंदे गुरु नाल कोई बराबरता नहीं कर सकदा। खोज दिठा ब्रह्मंड। खंडां ब्रह्मंडां विच असीं लभ के खोज के भाल के वेख लिया। गुरु नूं आम व्यक्ति मनुख ना समझण दी भुल करियो। गुरु परमेश्वर दा स्वरूप है। नाम निधान सतगुर दिया, सुख नानक मन मह मंड। नाम दा निधान हुंदा खजाना। गुरु ने नाम दा खजाना सतगुर दिया, सतगुरु ने बख्शिश कीता। उस नाम दे खजाने च सुख ही सुख।
ਸੁਖ ਨਾਨਕ ਮਨ ਮਹਿ ਮੰਡ, ਮੰਡ ਦਾ ਅਰਥ ਹੁੰਦਾ ਮੰਡ ਲੈਣਾ, ਧਾਰਨ ਕਰ ਲੈਣਾ, ਪ੍ਰਾਪਤ ਕਰ ਲੈਣਾ। ਸੋ ਉਹ ਸੁਖ ਮਨ ਵਿੱਚ ਮੰਡ ਲਿਆ, ਪ੍ਰਾਪਤ ਕਰ ਲਿਆ, ਸੁਖ ਹਾਸਲ ਕਰ ਲਿਆ, ਸੁਖ ਧਾਰਨ ਕਰ ਲਿਆ, ਸੁਖ ਪ੍ਰਾਪਤ ਹੋ ਗਿਆ ਜਦੋਂ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੱਤਾ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਗੁਰੂ ਦੀ ਵਡਿਆਈ ਕਰਦਿਆਂ, ਸਿਮਰਨ ਕਰਨ ਦੀ ਪ੍ਰੇਰਨਾ ਕਰਦਿਆਂ ਉਚਾਰਨ ਕੀਤਾ ਹੈ। ਸਾਹਿਬ ਜੀ ਕਿਰਪਾ ਕਰਨ ਸਾਡੇ ਹਿਰਦੇ 'ਚ ਵਸੇ ਹੋਈ ਬੇਅੰਤ ਭੁੱਲ ਚੁੱਕ ਦੀ ਮੁਆਫੀ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗੁਰ ਨਾਲ ਤੁਲ ਨਾ ਲਗਾਈ, ਖੋਜ ਦਿਠਾ ਬ੍ਰਹਮੰਡ, ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ।